ਸਤਿ ਸ਼੍ਰੀ ਅਕਾਲ ਦੋਸਤੋ, ਗੁੱਡ ਈਵਨਿੰਗ। ਹਾਂਜੀ ਦੋਸਤੋ, ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਨਵਾਂ ਟੌਪਿਕ ਰਾਸ਼ਟਰਪਤੀ। ਠੀਕ ਹੈ ਜੀ। ਰਾਸ਼ਟਰਪਤੀ ਕਿਉਂ ਜ਼ਰੂਰੀ ਹੈ? ਕਿਉਂਕਿ ਰਾਸ਼ਟਰਪਤੀ ਇੱਕ ਅਜਿਹਾ ਟੌਪਿਕ ਹੈ। ਇੱਕ ਤਾਂ ਦੇਖੋ, ਰਾਸ਼ਟਰਪਤੀ ਸਾਰੇ ਦੇਸ਼ ਦਾ ਸਭ ਤੋਂ ਵੱਡਾ ਜੋ ਅਹੁਦਾ ਹੈ ਉਹ ਰਾਸ਼ਟਰਪਤੀ ਦਾ ਹੈ। ਠੀਕ ਹੈ ਜੀ। ਸਾਰਾ ਸਾਡਾ ਦੇਸ਼ ਜੋ ਚੱਲਦਾ ਹੈ ਰਾਸ਼ਟਰਪਤੀ ਦੇ ਨਾਮ ਤੇ ਹੀ ਚੱਲਦਾ ਹੈ। ਸੋ ਦੂਸਰਾ ਵੱਡੀ ਗੱਲ ਇਹ ਹੈਗੀ ਸਾਡੇ ਲਈ, ਚਾਹੇ ਤੁਸੀਂ ਕੋਈ ਵੀ ਐਗਜ਼ਾਮ ਦੇ ਰਹੇ ਹੋ, ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਐਗਜ਼ਾਮ ਦੇ ਰਹੇ ਹੋ, ਉਹ ਉਸ ਵਿੱਚ ਰਾਸ਼ਟਰਪਤੀ ਨਾਲ ਸੰਬੰਧਿਤ 2 ਜਾਂ 3 ਕੁਐਸਚਨ ਤੁਹਾਨੂੰ ਆਉਣੇ ਹੀ ਆਉਣੇ ਨੇ। ਸੋ ਦੋਸਤੋ, ਜਿਹੜੇ ਬਹੁਤ ਹੀ ਇੰਪੋਰਟੈਂਟ ਤੇ ਐਗਜ਼ਾਮ ਰੈਲੀਵੈਂਟ ਪੁਆਇੰਟ ਨੇ ਉਹ ਤੁਹਾਨੂੰ ਮੈਂ ਅੱਜ ਕਰਾਵਾਂਗਾ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰੈਜ਼ੀਡੈਂਟ ਆਫ ਇੰਡੀਆ, ਯਾਨੀ ਕਿ ਰਾਸ਼ਟਰਪਤੀ। ਇਹਨਾਂ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਵੀ ਰਾਸ਼ਟਰਪਤੀ ਦੇਖੋ ਇੱਕ ਰਾਸ਼ਟਰ ਦਾ ਮਾਲਕ। ਸੋ ਰਾਸ਼ਟਰਪਤੀ ਕੀ ਹੁੰਦਾ ਹੈ? ਇੱਕ ਰਾਸ਼ਟਰ ਦਾ ਮਾਲਕ ਹੁੰਦਾ ਹੈ। ਠੀਕ ਹੈ ਜੀ। ਰਾਸ਼ਟਰਪਤੀ ਤੇ ਰਾਸ਼ਟਰਪਤੀ ਬਾਰੇ ਇੱਕ ਗੱਲ ਹੋਰ ਹੈ ਵੀ ਸਾਡੇ ਦੇਸ਼ ਦਾ ਸਭ ਤੋਂ ਪਹਿਲਾ ਨਾਗਰਿਕ, ਠੀਕ ਹੈ, ਪ੍ਰਥਮ ਨਾਗਰਿਕ ਕਿਹੜਾ ਹੈ ਜੀ? ਰਾਸ਼ਟਰਪਤੀ। ਫਸਟ ਮੈਨ ਸਾਡਾ ਰਾਸ਼ਟਰਪਤੀ ਹੁੰਦਾ ਹੈ, ਕਿਉਂਕਿ ਜਨਗਣਨਾ ਵੇਲੇ 10 ਸਾਲ ਬਾਅਦ ਜੋ ਜਨਗਣਨਾ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਨਾਮ ਹੀ ਲਿਖਿਆ ਜਾਂਦਾ ਹੈ। ਠੀਕ ਹੈ ਜੀ। ਸੋ ਰਾਸ਼ਟਰਪਤੀ ਬਾਰੇ ਕੁਝ ਇੰਪੋਰਟੈਂਟ ਗੱਲਾਂ ਅੱਜ ਆਪਾਂ ਕਰਾਂਗੇ। ਤਾਂ ਦੇਖੋ ਜੀ, ਪਹਿਲੀ ਗੱਲ ਕੀ ਹੈ? ਰਾਸ਼ਟਰਪਤੀ ਨੂੰ ਸੰਸਦ ਦਾ ਅੰਗ ਮੰਨਿਆ ਗਿਆ ਹੈ। ਠੀਕ ਹੈ। ਜਿਵੇਂ ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ। ਸੰਸਦ ਦਾ ਇੱਕ ਮਹੱਤਵਪੂਰਨ ਅੰਗ ਹੁੰਦਾ ਹੈ ਰਾਸ਼ਟਰਪਤੀ। ਇਹ ਆਰਟੀਕਲ 79 ਦੇ ਵਿੱਚ ਲਿਖਿਆ ਹੋਇਆ ਹੈ। ਆਰਟੀਕਲ 79। ਠੀਕ ਹੈ ਜੀ। ਆਰਟੀਕਲ 79 ਸਾਨੂੰ ਕੀ ਦੱਸਦਾ ਹੈ? ਸਾਡੀ ਸੰਸਦ ਬਾਰੇ ਦੱਸਦਾ ਹੈ। ਸੋ ਸੰਸਦ ਦਾ ਇੱਕ ਅਨਿੱਖੜਵਾਂ ਅੰਗ ਹੁੰਦਾ ਹੈ ਰਾਸ਼ਟਰਪਤੀ। ਠੀਕ ਹੈ ਜੀ। ਤੇ ਇਹ ਸਾਡਾ ਪਹਿਲਾ ਨਾਗਰਿਕ ਹੁੰਦਾ ਹੈ ਦੇਸ਼ ਦਾ। ਤੇ ਦੂਸਰਾ ਨਾਗਰਿਕ ਕੌਣ ਹੁੰਦਾ ਹੈ? ਰਾਸ਼ਟਰਪਤੀ ਦੀ ਘਰ ਵਾਲਾ ਜਾਂ ਘਰ ਵਾਲੀ। ਠੀਕ ਹੈ ਜੀ। ਤੇ ਜੋ ਲੋਕ ਸਭਾ ਤੇ ਰਾਜ ਸਭਾ ਹੈ, ਜੇਕਰ ਕੋਈ ਬਿੱਲ ਪਾਸ ਕਰਦੀ ਹੈ, ਬਿੱਲ ਤਾਂਹੀਓ ਕਾਨੂੰਨ ਬਣਦਾ ਹੈ ਜੇਕਰ ਰਾਸ਼ਟਰਪਤੀ ਉਸ 'ਤੇ ਸਾਈਨ ਕਰਦਾ ਹੈ। ਸੋ ਰਾਸ਼ਟਰਪਤੀ ਸਾਡੇ ਜੋ ਵਿਵਸਥਾ ਹੈ ਉਸ ਵਿੱਚ, ਸੰਸਦੀ ਵਿਵਸਥਾ ਹੈ, ਸੰਘਾਤਮਕ ਵਿਵਸਥਾ ਹੈ, ਉਸ ਵਿੱਚ ਬਹੁਤ ਵੱਡਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਸੋ ਰਾਸ਼ਟਰਪਤੀ ਬਾਰੇ ਜੋ ਮਹੱਤਵਪੂਰਨ ਆਰਟੀਕਲਸ ਨੇ ਤੇ ਉਹਨਾਂ ਦੀਆਂ ਜੋ ਇੰਪੋਰਟਮੈਂਟਸ ਕਰਦਾ ਹੈ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ। ਆਰਟੀਕਲ 52 ਕੀ ਕਹਿੰਦਾ ਹੈ? ਆਰਟੀਕਲ 52 ਸਾਡੇ ਸੰਵਿਧਾਨ ਦਾ ਆਰਟੀਕਲ 52 ਇਹ ਕਹਿੰਦਾ ਹੈ ਵੀ ਇਸ ਦੇਸ਼ ਦਾ ਇੱਕ ਰਾਸ਼ਟਰਪਤੀ ਹੋਵੇਗਾ। ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਰਾਸ਼ਟਰਪਤੀ ਹੋਵੇਗਾ। ਠੀਕ ਹੈ ਜੀ। ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਤੇ ਇਹ ਹਰ ਸਾਲ, ਇਸ ਸੰਵਿਧਾਨ ਦੇ ਆਰਟੀਕਲ 52 ਵਿੱਚ ਲਿਖਿਆ ਗਿਆ ਵੀ ਇਹ ਹਰ 5 ਸਾਲ ਬਾਅਦ ਚੁਣਿਆ ਜਾਵੇਗਾ। ਠੀਕ ਹੈ ਨਾ ਜੀ। ਤੇ ਇਹ ਕੋਈ ਜੱਦੀ ਨਹੀਂ ਹੋਵੇਗਾ। ਤਾਂ ਰਾਸ਼ਟਰਪਤੀ ਦੀ ਚੋਣ ਵਿੱਚ ਕੌਣ ਕੌਣ ਸ਼ਾਮਲ ਹੁੰਦਾ ਹੈ? ਰਾਸ਼ਟਰਪਤੀ ਦੀ ਚੋਣ ਵਿੱਚ ਲੋਕ ਸਭਾ ਦੇ ਮੈਂਬਰ, ਠੀਕ ਹੈ ਜੀ, ਰਾਜ ਸਭਾ ਦੇ ਮੈਂਬਰ ਤੇ ਵਿਧਾਨ ਸਭਾ ਦੇ ਮੈਂਬਰ ਹਿੱਸਾ ਲੈਂਦੇ ਨੇ। ਪਰ ਇਸ ਵਿੱਚ ਨੋਮੀਨੇਟਡ ਮੈਂਬਰ, ਠੀਕ ਹੈ ਜੀ, ਨੋਮੀਨੇਟਡ ਮੈਂਬਰ ਚਾਹੇ ਉਹ ਲੋਕ ਸਭਾ ਦੇ ਹੋਣ, ਚਾਹੇ ਉਹ ਰਾਜ ਸਭਾ ਦੇ ਹੋਣ, ਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਇਸ ਚੋਣ ਵਿੱਚ ਹਿੱਸਾ ਨਹੀਂ ਲੈਂਦੇ। ਸੋ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਕੌਣ ਲੈਂਦੇ ਨੇ? ਲੋਕਾਂ ਦੁਆਰਾ ਚੁਣੇ ਗਏ ਸਾਰੇ ਮੈਂਬਰ, ਚਾਹੇ ਉਹ ਲੋਕ ਸਭਾ ਹੈ, ਚਾਹੇ ਉਹ ਰਾਜ ਸਭਾ ਹੈ। ਠੀਕ ਹੈ ਜੀ। ਪਰ ਰਾਸ਼ਟਰਪਤੀ ਦੁਆਰਾ ਜਿਹੜੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ ਉਹ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਨਹੀਂ ਲੈ ਸਕਦੇ। ਦੂਸਰਾ ਗੱਲ ਕੀ ਹੈ ਜੀ? ਆਰਟੀਕਲ 53। ਇਹ ਜੋ ਆਰਟੀਕਲ ਨੇ ਸਾਰੇ ਮੋਸਟ ਇੰਪੋਰਟੈਂਟ ਆਰਟੀਕਲ ਨੇ ਰਾਸ਼ਟਰਪਤੀ ਨਾਲ ਸੰਬੰਧਿਤ। ਸੋ ਜੋ ਆਰਟੀਕਲ 53 ਹੈ ਇਸ ਵਿੱਚ ਕੀ ਕਿਹਾ ਗਿਆ ਹੈ? ਆਰਟੀਕਲ 53 ਇਸ ਵਿੱਚ ਇਹ ਕਿਹਾ ਗਿਆ ਵੀ ਉਹ ਕਾਰਜਪਾਲਿਕਾ ਦਾ ਮੁਖੀ ਹੋਵੇਗਾ। ਠੀਕ ਹੈ ਜੀ। ਵੀ ਜੋ ਸਾਰਾ ਕੰਮ ਹੋਵੇਗਾ ਦੇਸ਼ ਦਾ ਮੁਖੀ ਕੌਣ ਹੋਵੇਗਾ? ਰਾਸ਼ਟਰਪਤੀ। ਠੀਕ ਹੈ ਜੀ। ਇਹ ਆਰਟੀਕਲ 53 ਵਿੱਚ ਦੱਸਿਆ ਗਿਆ ਹੈ। ਕਾਰਜਪਾਲਿਕਾ ਕੀ ਹੈ ਜੀ? ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਹੈ, ਕਾਰਜਪਾਲਿਕਾ ਉਸ ਨੂੰ ਲਾਗੂ ਕਰਦੀ ਹੈ। ਸੋ ਦੇਖੋ ਉਸ ਕੋਲ ਕਿੱਡਾ ਵੱਡਾ ਅਹੁਦਾ ਹੈ। ਸੋ ਕਾਰਜਪਾਲਿਕਾ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ। ਪਰ ਅਸੀਂ ਇੱਥੇ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ, ਜਿਵੇਂ ਕਿ ਰਾਸ਼ਟਰਪਤੀ ਦਾ ਅਹੁਦਾ ਅਮਰੀਕਾ ਦੇ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਅਹੁਦਾ ਹੈ, ਉਸ ਦੇ ਉਲਟ ਹੀ ਬਿਲਕੁਲ ਰਾਸ਼ਟਰਪਤੀ ਇੱਥੇ ਕਾਰਜਪਾਲਿਕਾ ਦਾ ਨਾਮ ਮਾਤਰ ਦਾ ਮੁਖੀਆ ਹੁੰਦਾ ਹੈ। ਪਰ ਉਸ ਦਾ ਨਾਮ ਚੱਲਦਾ ਹੈ, ਪਰ ਜੋ ਸ਼ਕਤੀ ਸਾਰੀ ਹੁੰਦੀ ਹੈ ਉਹ ਸਾਡੇ ਪ੍ਰਧਾਨ ਮੰਤਰੀ ਤੇ ਮੰਤਰੀ ਪ੍ਰੀਸ਼ਦ ਕੋਲ ਰਹਿੰਦੀ ਹੈ। ਠੀਕ ਹੈ ਨਾ ਜੀ। ਇਹਦੇ ਦੱਸਣਾ ਬੜਾ ਜ਼ਰੂਰ ਬਣਦਾ ਹੈ। ਤੇ ਰਾਸ਼ਟਰਪਤੀ ਦੀ ਯੋਗਤਾ ਬਾਰੇ ਕਿਸ ਆਰਟੀਕਲ ਵਿੱਚ ਲਿਖਿਆ? ਪੇਪਰ ਵਿੱਚ ਇਹ ਪੁੱਛ ਸਕਦੇ ਆ। ਤਾਂ ਆਰਟੀਕਲ ਹੈਗਾ 58 ਆਰਟੀਕਲ ਦੇ ਵਿੱਚ ਰਾਸ਼ਟਰਪਤੀ ਦੀ ਜੋ ਯੋਗਤਾ ਹੈ ਉਸ ਬਾਰੇ ਦੱਸਿਆ ਗਿਆ। ਉਹ ਭਾਰਤ ਦਾ ਨਾਗਰਿਕ ਹੋਵੇ, ਉਸ ਦੀ ਉਮਰ 35 ਸਾਲ ਹੋਵੇ ਅਤੇ 35 ਸਾਲ ਤੋਂ ਘੱਟ ਨਾ ਹੋਵੇ ਤੇ ਉਹ ਲੋਕ ਸਭਾ ਦਾ ਮੈਂਬਰ ਬਣ ਸਕਦਾ ਹੋਵੇ। ਇੱਥੇ ਇੱਕ ਤੁਹਾਨੂੰ ਮੈਂ ਮੋਸਟ ਇੰਪੋਰਟੈਂਟ ਪੁਆਇੰਟ ਯਾਦ ਕਰਾਉਣਾ ਚਾਹਾਂਗਾ। ਦੇਖੋ, ਰਾਸ਼ਟਰਪਤੀ ਦੀ ਉਮਰ ਵੀ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਉਪ ਰਾਸ਼ਟਰਪਤੀ ਦੀ ਵੀ ਉਮਰ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਇਹ ਇੰਪੋਰਟੈਂਟ ਪੁਆਇੰਟ ਹੈ। ਤੇ ਇਸ ਯੋਗਤਾ ਸਾਡੇ ਆਰਟੀਕਲ 58 ਵਿੱਚ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਜਿਹੜਾ ਇੱਕ ਮੋਸਟ ਇੰਪੋਰਟੈਂਟ ਪੁਆਇੰਟ ਹੈ ਉਹ ਆ ਆਰਟੀਕਲ 61। ਆਰਟੀਕਲ 61 ਯਾਨੀ ਕਿ 61 ਮਹਾਦੋਸ਼ ਦਾ ਮੁਕੱਦਮਾ। ਮਹਾਦੋਸ਼ ਦਾ ਮੁਕੱਦਮਾ ਕੀ ਹੁੰਦਾ ਹੈ ਜੀ? ਮਹਾਦੋਸ਼ ਦਾ ਮੁਕੱਦਮਾ ਇਹ ਹੁੰਦਾ ਹੈ
ਜਦੋਂ ਇਹ ਰਾਸ਼ਟਰਪਤੀ ਨੂੰ ਹਟਾਉਣ ਦੀ ਇੱਕ ਵਿਧੀ ਹੈ। ਕਿਹੜੀ ਵਿਧੀ ਹੈ? ਆਰਟੀਕਲ ਕਿੱਥੇ ਲਿਖੀ ਵਿਧੀ ਉਹ ਮਹਾਦੋਸ਼ ਦੀ? 61 'ਚ, ਆਰਟੀਕਲ 61 ਦੇ ਵਿੱਚ। ਇਸ ਵਿੱਚ ਹੁੰਦਾ ਕੀ ਹੈ, ਜੇਕਰ ਰਾਸ਼ਟਰਪਤੀ ਸੰਵਿਧਾਨ ਦੀ ਉਲੰਘਣਾ ਕਰਦਾ ਹੈ, ਸੰਵਿਧਾਨ ਦੇ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਸੰਸਦ ਮਹਾਦੋਸ਼ ਚਲਾ ਕੇ ਉਸ ਨੂੰ ਪਦਵੀ ਤੋਂ ਉਤਾਰ ਸਕਦੀ ਹੈ। ਸੋ ਮਹਾਦੋਸ਼ ਦਾ ਮੁਕੱਦਮਾ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਲੋਕ ਸਭਾ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ ਤੇ ਰਾਜ ਸਭਾ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਪਰ ਵਾਈਸ ਪ੍ਰੈਜ਼ੀਡੈਂਟ ਵੇਲੇ ਸਿਰਫ ਰਾਜ ਸਭਾ ਹੀ ਇਹ ਮਤਾ ਪਾਸ ਕਰ ਸਕਦੀ ਹੈ। ਪਲੀਜ਼ ਇਸ ਪੁਆਇੰਟ ਨੂੰ ਨੋਟ ਕਰ ਲਿਆ ਜਾਵੇ। ਤੇ ਜਦੋਂ ਮਹਾਦੋਸ਼ ਦਾ ਮੁਕੱਦਮਾ ਚੱਲਦਾ ਹੈ ਤਾਂ ਉਸ ਵਿੱਚ 10% ਵਿਅਕਤੀ ਜਿਹੜੇ ਕਿ ਮੈਂਬਰ ਹੁੰਦੇ ਨੇ, ਜਾਂ ਲੋਕ ਸਭਾ ਦੇ ਹੋਣ ਜਾਂ ਰਾਜ ਸਭਾ ਦੇ ਹੋਣ, ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ 1/4 ਮੈਂਬਰ ਇਹ ਲਿਖਤੀ ਰੂਪ ਵਿੱਚ ਦੇਣਗੇ ਵੀ ਇਸ ਉੱਤੇ ਮਹਾਦੋਸ਼ ਦਾ ਮੁਕੱਦਮਾ ਚਲਾਇਆ ਜਾਵੇ। ਤੇ ਜੋ ਰਾਸ਼ਟਰਪਤੀ ਹੈ, ਰਾਸ਼ਟਰਪਤੀ ਨੂੰ ਦੱਸਿਆ ਜਾਂਦਾ ਹੈ 14 ਦਿਨ ਪਹਿਲਾਂ। ਜੇਕਰ ਸੰਸਦ ਦਾ ਕੋਈ ਵੀ ਸਦਨ, ਚਾਹੇ ਲੋਕ ਸਭਾ ਦਾ ਚਾਹੇ ਰਾਜ ਸਭਾ ਦਾ, ਵਾਰੀ-ਵਾਰੀ ਇਹ ਮਤਾ ਪਾਸ ਕਰ ਦੇਵੇ ਵੀ ਮਹਾਦੋਸ਼ ਦਾ ਮੁਕੱਦਮਾ ਪਾਸ ਕਰ ਦੇਵੇ, ਤਾਂ ਰਾਸ਼ਟਰਪਤੀ ਨੂੰ ਆਪਣੀ ਪਦਵੀ ਤਿਆਗਣੀ ਹੀ ਪੈਂਦੀ ਹੈ। ਵੈਸੇ ਰਾਸ਼ਟਰਪਤੀ ਦੀ ਜੋ ਪਦਵੀ ਹੈ 5 ਸਾਲ ਦੀ ਹੁੰਦੀ ਹੈ, ਪਰ ਅੱਜ ਤੱਕ ਸਾਡੇ ਭਾਰਤ ਦੇ ਵਿੱਚ ਕਿਸੇ ਵੀ ਰਾਸ਼ਟਰਪਤੀ ਉੱਤੇ ਆਰਟੀਕਲ 61 ਦੀ ਵਰਤੋਂ ਨਹੀਂ ਕੀਤੀ ਗਈ। ਮਤਲਬ ਮਹਾਦੋਸ਼ ਦਾ ਮੁਕੱਦਮਾ ਕਿਸੇ ਵੀ ਸਾਡੇ ਰਾਸ਼ਟਰਪਤੀ ਉੱਤੇ ਨਹੀਂ ਲੱਗਿਆ। ਠੀਕ ਹੈ ਜੀ, ਇਹ ਆਰਟੀਕਲ ਬਹੁਤ ਹੀ ਇੰਪੋਰਟੈਂਟ ਆਰਟੀਕਲ ਹੈ। ਫਿਰ ਅਸੀਂ ਗੱਲ ਕਰਦੇ ਹਾਂ ਤਨਖਾਹ ਦੀ। ਦੇਖੋ, ਤਨਖਾਹ ਸਮੇਂ-ਸਮੇਂ ਅਨੁਸਾਰ ਬਦਲਦੀ ਰਹਿੰਦੀ ਹੈ। ਸੋ ਜੋ ਅੱਜ ਵਰਤਮਾਨ ਦੇ ਸਮੇਂ ਤਨਖਾਹ ਹੈ ਇਸ ਦੀ 5 ਲੱਖ ਰੁਪਇਆ ਹੈ। ਕਿੰਨੀ ਹੈ ਜੀ? 5 ਲੱਖ ਰੁਪਇਆ। ਠੀਕ ਹੈ ਜੀ। ਤੇ ਜੋ ਇਹ ਵਾਰਸ਼ਿਕ ਪੈਨਸ਼ਨ ਮਿਲਦੀ ਹੈ ਉਹਨਾਂ ਨੂੰ, ਉਹ ਮਿਲਦੀ ਹੈ 9 ਲੱਖ। ਠੀਕ ਹੈ ਜੀ, 9 ਲੱਖ ਪੈਨਸ਼ਨ ਮਿਲਦੀ ਹੈ ਰਾਸ਼ਟਰਪਤੀ ਨੂੰ। ਸੋ ਰਾਸ਼ਟਰਪਤੀ ਬਹੁਤ ਵੱਡੇ ਅਹੁਦਾ ਹੁੰਦਾ ਹੈ, ਸਾਡੇ ਦੇਸ਼ ਦਾ ਸਭ ਤੋਂ ਵੱਡਾ ਅਹੁਦਾ ਰਾਸ਼ਟਰਪਤੀ ਹੁੰਦਾ ਹੈ। ਉਸ ਤੋਂ ਬਾਅਦ ਫਿਰ ਅਸੀਂ ਗੱਲ ਕਰਦੇ ਹਾਂ, ਦੇਖੋ ਰਾਸ਼ਟਰਪਤੀ ਤਿੰਨੇ ਸੈਨਾਵਾਂ ਦਾ ਮੁਖੀ ਹੁੰਦਾ ਹੈ। ਤਿੰਨੇ ਸੈਨਾਵਾਂ ਦਾ ਕਮਾਂਡਰ ਇਨ ਚੀਫ ਕੌਣ ਹੁੰਦਾ ਹੈ? ਰਾਸ਼ਟਰਪਤੀ ਹੁੰਦਾ ਹੈ। ਜੇਕਰ ਜਿਹੜੇ ਸੈਨਾਵਾਂ ਦੇ ਮੁਖੀ ਨੇ, ਚਾਹੇ ਉਹ ਜਲ ਸੈਨਾ ਦਾ ਮੁਖੀ ਹੈ, ਚਾਹੇ ਉਹ ਥਲ ਸੈਨਾ ਦਾ ਮੁਖੀ ਹੈ, ਚਾਹੇ ਉਹ ਹੋਰ ਸੈਨਾ ਦਾ ਮੁਖੀ ਹੈ ਸਾਡੇ, ਉਸ ਦੀ ਨਿਯੁਕਤੀ ਕੌਣ ਕਰੇਗਾ? ਰਾਸ਼ਟਰਪਤੀ ਕਰੇਗਾ। ਠੀਕ ਹੈ ਜੀ, ਉਸ ਨੂੰ ਰਾਸ਼ਟਰਪਤੀ ਹੀ ਨਿਯੁਕਤ ਕਰੇਗਾ। ਸੋ ਰਾਸ਼ਟਰਪਤੀ ਕਮਾਂਡਰ ਇਨ ਚੀਫ ਹੁੰਦਾ ਹੈ। ਸਾਡੇ ਦੇਸ਼ ਦੀਆਂ ਜਿੰਨੀਆਂ ਵੀ ਸੰਧੀਆਂ ਹੁੰਦੀਆਂ ਨੇ ਹੋਰ ਦੇਸ਼ਾਂ ਦੇ ਨਾਲ, ਉਹ ਸਾਰੀਆਂ ਕਿਸ ਦੁਆਰਾ ਕੀਤੀਆਂ ਜਾਂਦੀਆਂ ਨੇ? ਉਹ ਰਾਸ਼ਟਰਪਤੀ ਦੇ ਨਾਮ ਤੇ ਹੀ ਕੀਤੀਆਂ ਜਾਂਦੀਆਂ ਨੇ। ਸੋ ਰਾਸ਼ਟਰਪਤੀ ਨੂੰ ਬਹੁਤ ਵੱਡੇ ਅਧਿਕਾਰ ਦਿੱਤੇ ਗਏ ਨੇ ਸਾਡੇ ਸੰਵਿਧਾਨ ਨੇ। ਸਾਡਾ ਜੋ ਸੰਵਿਧਾਨ ਹੈ ਉਸ ਦੇ ਨਾਮ ਤੇ ਹੀ ਚੱਲਦਾ ਹੈ। ਠੀਕ ਹੈ ਜੀ। ਫਿਰ ਅਸੀਂ ਗੱਲ ਕਰਦੇ ਹਾਂ, ਬਹੁਤ ਹੀ ਇੰਪੋਰਟੈਂਟ ਗੱਲ ਹੈ ਅਪਾਇੰਟਮੈਂਟਸ ਦੀ। ਅਕਸਰ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਰਾਸ਼ਟਰਪਤੀ ਕਿਸ ਨੂੰ ਅਪਾਇੰਟ ਕਰਦਾ ਹੈ। ਸੋ ਜਿਹੜੀ ਅਪਾਇੰਟਮੈਂਟਸ ਹੈ, ਠੀਕ ਹੈ ਜੀ, ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਠੀਕ ਹੈ, ਕੁਐਸਚਨ ਵਿੱਚ ਸਿੱਧਾ ਪੁੱਛ ਲਿਆ ਜਾਊਗਾ ਵੀ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਤਾਂ ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦਾ ਹੈ, ਠੀਕ ਹੈ ਜੀ, ਸਾਡਾ ਚੀਫ ਜਸਟਿਸ ਆਫ ਇੰਡੀਆ। ਚੀਫ ਜਸਟਿਸ ਆਫ ਇੰਡੀਆ। ਠੀਕ ਹੈ ਜੀ, ਚੀਫ ਜਸਟਿਸ ਆਫ ਇੰਡੀਆ ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦਾ ਹੈ। ਠੀਕ ਹੈ ਜੀ, ਆਪਣੇ ਅਹੁਦੇ ਦੀ। ਠੀਕ ਹੈ ਜੀ। ਉਸ ਤੋਂ ਬਾਅਦ ਕੁਝ ਬਹੁਤ ਹੀ ਵੱਡੇ ਰੈਂਕ ਸਾਡੇ ਦੇਸ਼ ਵਿੱਚ ਕੁਝ ਅਜਿਹੇ ਰੈਂਕ ਨੇ ਜਿਨ੍ਹਾਂ ਦੀ ਤਨਖਾਹ ਵੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ। ਠੀਕ ਹੈ ਜੀ। ਤਾਂ ਉਹ ਜਿਹੜੇ ਅਪਾਇੰਟਮੈਂਟਸ ਹੈ ਉਹ ਰਾਸ਼ਟਰਪਤੀ ਦੁਆਰਾ ਕੀਤੀਆਂ ਜਾਂਦੀਆਂ ਨੇ। ਤੇ ਅੱਜ ਅਸੀਂ ਗੱਲ ਕਰਦੇ ਹਾਂ ਵੀ ਕਿਹੜੀਆਂ ਇੰਪੋਰਟੈਂਟਸ ਅਪਾਇੰਟਮੈਂਟ ਨੇ ਜੋ ਰਾਸ਼ਟਰਪਤੀ ਦੁਆਰਾ ਕੀਤੀਆਂ ਜਾਂਦੀਆਂ ਨੇ। ਠੀਕ ਹੈ ਜੀ। ਫਿਰ ਅਸੀਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਜੋ ਸਭ ਤੋਂ ਵੱਡਾ ਅਹੁਦਾ ਆਉਂਦਾ ਹੈ ਉਸ ਤੋਂ ਬਾਅਦ ਰਾਸ਼ਟਰਪਤੀ ਤੋਂ ਬਾਅਦ, ਤਾਂ ਉਹ ਆਉਂਦਾ ਹੈ ਸਾਡੇ ਚੀਫ ਜਸਟਿਸ ਆਫ ਇੰਡੀਆ ਦਾ। ਠੀਕ ਹੈ, ਜੋ ਚੀਫ ਜਸਟਿਸ ਆਫ ਇੰਡੀਆ ਨੂੰ ਸਹੁੰ ਕੌਣ ਚੁਕਾਉਂਦਾ ਹੈ? ਉਹ ਚੁਕਾਉਂਦਾ ਹੈ ਸਾਡਾ ਰਾਸ਼ਟਰਪਤੀ। ਠੀਕ ਹੈ ਜੀ। ਸਹੁੰ ਨਹੀਂ ਜੀ, ਅਪਾਇੰਟਮੈਂਟ ਜੋ ਹੁੰਦੀ ਹੈ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਜਿਹੜੇ ਜੱਜ ਹੁੰਦੇ ਆ, ਜਿੰਨੇ ਵੀ ਜੱਜ ਹੁੰਦੇ ਨੇ ਸੁਪਰੀਮ ਕੋਰਟ ਦੇ, ਉਹ ਸਾਰੇ ਕੌਣ ਨਿਯੁਕਤ ਕਰਦਾ ਹੈ? ਉਹ ਕਰਦਾ ਸਾਡਾ ਰਾਸ਼ਟਰਪਤੀ। ਠੀਕ ਹੈ ਜੀ। ਸੁਪਰੀਮ ਕੋਰਟ ਦੇ ਜਿੰਨੇ ਵੀ ਜੱਜ ਨੇ ਉਹਨਾਂ ਦੀ ਨਿਯੁਕਤੀ ਵੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜੋ ਥਰਡ ਹੈ ਹਾਈ ਕੋਰਟ। ਦੇਖੋ, ਜਦੋਂ ਹਾਈ ਕੋਰਟ ਆਉਂਦਾ ਹੈ ਤਾਂ ਸਾਡੇ ਦਿਮਾਗ ਦੇ ਵਿੱਚ ਕੀ ਆਉਂਦਾ? ਰਾਜਪਾਲ। ਠੀਕ ਹੈ, ਤਾਂ ਅਕਸਰ ਕੁਐਸਚਨ ਇਹ ਗਲਤ ਕਰਦੇ ਨੇ ਬੱਚੇ। ਸੋ ਜਿੰਨੇ ਵੀ ਹਾਈ ਕੋਰਟ ਦੇ ਜੱਜ ਹੁੰਦੇ ਨੇ ਉਹਨਾਂ ਦੀ ਨਿਯੁਕਤੀ ਵੀ ਕੌਣ ਕਰਦਾ ਹੈ? ਰਾਸ਼ਟਰਪਤੀ ਦੁਆਰਾ ਹੀ ਕੀਤੀ ਜਾਂਦੀ ਹੈ। ਕਿਰਪਾ ਕਰਕੇ ਬਹੁਤ ਜ਼ਰੂਰੀ ਪੁਆਇੰਟ ਹੈ, ਇਹ ਇੰਪੋਰਟੈਂਟ ਪੁਆਇੰਟ ਹੈ, ਨੋਟ ਕਰ ਲਿਆ ਜਾਵੇ। ਉਸ ਤੋਂ ਬਾਅਦ ਜੋ ਮਹੱਤਵਪੂਰਨ ਹੈ ਕੈਗ। ਠੀਕ ਹੈ, ਕੰਟਰੋਲਰ ਆਡੀਟਰ ਜਨਰਲ। ਇਸ ਦੀ ਨਿਯੁਕਤੀ ਵੀ ਕੌਣ ਕਰਦਾ ਹੈ? ਸਾਡਾ ਰਾਸ਼ਟਰਪਤੀ ਕਰਦਾ ਹੈ। ਕੈਗ ਇੱਕ ਸਰਕਾਰ ਦਾ ਮੁਨਸ਼ੀ ਹੁੰਦਾ ਹੈ। ਸਰਕਾਰ ਦੇ ਖਾਤੇ ਵਿੱਚ ਕਿੰਨਾ ਪੈਸਾ ਆਉਂਦਾ ਹੈ, ਕਿੱਥੇ ਪੈਸਾ ਲਾਇਆ ਜਾਂਦਾ ਹੈ, ਉਹ ਇੱਕ ਤਰ੍ਹਾਂ ਦਾ ਮੁਨੀਮ ਹੁੰਦਾ ਹੈ ਸਰਕਾਰ ਦਾ। ਸੋ ਉਸ ਕੋਲ ਇਹ ਸਾਰੀ ਜਾਣਕਾਰੀ ਹੁੰਦੀ ਹੈ ਤੇ ਇਹ ਬਹੁਤ ਵੱਡਾ ਅਹੁਦਾ ਹੁੰਦਾ ਹੈ ਕੈਗ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਜੋ ਵਾਈਸ ਪ੍ਰੈਜ਼ੀਡੈਂਟ ਹੈ, ਦੇਖੋ ਵਾਈਸ
ਪ੍ਰੈਜ਼ੀਡੈਂਟ ਦੀ ਨਿਯੁਕਤੀ ਵੀ ਕੌਣ ਕਰਦਾ ਹੈ? ਸਾਡਾ ਰਾਸ਼ਟਰਪਤੀ ਹੀ ਕਰਦਾ ਹੈ। ਠੀਕ ਹੈ ਜੀ, ਵਾਈਸ ਪ੍ਰੈਜ਼ੀਡੈਂਟ ਦੀ ਨਿਯੁਕਤੀ ਕੌਣ ਕਰਦਾ ਹੈ? ਸਾਡਾ ਰਾਸ਼ਟਰਪਤੀ ਹੀ ਕਰਦਾ ਹੈ। ਤੇ ਜੋ ਵਾਈਸ ਪ੍ਰੈਜ਼ੀਡੈਂਟ ਹੈ, ਵਾਈਸ ਪ੍ਰੈਜ਼ੀਡੈਂਟ ਨੂੰ ਸਹੁੰ ਵੀ ਕੌਣ ਚੁਕਾਉਂਦਾ ਹੈ? ਰਾਸ਼ਟਰਪਤੀ। ਠੀਕ ਹੈ ਜੀ, ਤੇ ਮੰਨ ਲਓ ਜੇਕਰ ਰਾਸ਼ਟਰਪਤੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਹੋਵੇ ਤਾਂ ਉਹ ਅਸਤੀਫਾ ਕਿਸ ਨੂੰ ਦੇਵੇਗਾ? ਉਹ ਅਸਤੀਫਾ ਦੇਵੇਗਾ ਵਾਈਸ ਪ੍ਰੈਜ਼ੀਡੈਂਟ ਨੂੰ। ਵਾਈਸ ਪ੍ਰੈਜ਼ੀਡੈਂਟ ਨੂੰ ਉਹ ਅਸਤੀਫਾ ਆਪਣਾ ਪੇਸ਼ ਕਰੇਗਾ। ਉਸ ਤੋਂ ਬਾਅਦ ਚੀਫ ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨ, ਦੇਖੋ ਜਿਹੜਾ ਸਾਡੇ ਚੋਣਾਂ ਦਾ ਸਾਰਾ ਕੰਮ ਸਾਡੇ ਦੇਸ਼ ਦਾ ਕਰਦਾ ਹੈ, ਉਹਨਾਂ ਦੇ ਮੁਖੀਆਂ ਦੀ ਨਿਯੁਕਤੀ ਵੀ ਕੌਣ ਕਰਦਾ ਹੈ? ਸਾਡਾ ਰਾਸ਼ਟਰਪਤੀ। ਚੀਫ ਇਲੈਕਸ਼ਨ ਆਫ ਕਮਿਸ਼ਨ ਦੀ ਨਿਯੁਕਤੀ ਵੀ ਸਾਡਾ ਰਾਸ਼ਟਰਪਤੀ ਕਰਦਾ ਹੈ। ਉਸ ਤੋਂ ਬਾਅਦ ਜੋ ਇੰਪੋਰਟੈਂਟ ਪੁਆਇੰਟ ਹੋਰ ਹੈ, CVC, ਸੈਂਟਰਲ ਵਿਜੀਲੈਂਸ ਕਮਿਸ਼ਨ। ਸੈਂਟਰਲ ਵਿਜੀਲੈਂਸ ਕਮਿਸ਼ਨ ਦੀ ਨਿਯੁਕਤੀ ਹੈ, ਇਹ ਵੀ ਬਹੁਤ ਵੱਡਾ ਅਹੁਦਾ ਹੈ ਸਾਡੇ ਦੇਸ਼ ਦੇ ਵਿੱਚ। ਇਸ ਦੀ ਨਿਯੁਕਤੀ ਵੀ ਕੌਣ ਕਰਦਾ ਹੈ? ਅਪਾਇੰਟਮੈਂਟ ਕੌਣ ਕਰਦਾ ਹੈ? ਸਾਡਾ ਰਾਸ਼ਟਰਪਤੀ। ਸੋ ਇਹ ਬਹੁਤ ਹੀ ਇੰਪੋਰਟੈਂਟਸ ਅਪਾਇੰਟਮੈਂਟਸ ਨੇ ਜੋ ਤੁਹਾਨੂੰ ਕਰਨੀਆਂ ਬਹੁਤ ਜ਼ਰੂਰੀ ਨੇ। UPSC ਦੀ, ਜੋ UPSC ਦਾ ਚੇਅਰਮੈਨ ਹੈ, ਉਸ ਦੀ ਨਿਯੁਕਤੀ ਵੀ ਕੌਣ ਕਰਦਾ ਹੈ? ਸਾਡਾ ਰਾਸ਼ਟਰਪਤੀ ਕਰਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਜੋ ਗਵਰਨਰ ਨੇ, ਜਿੰਨੇ ਵੀ ਰਾਜਾਂ ਦੇ ਗਵਰਨਰ ਨੇ, ਉਹਨਾਂ ਦੀ ਨਿਯੁਕਤੀ ਵੀ ਕੌਣ ਕਰਦਾ ਹੈ? ਸਾਡਾ ਰਾਸ਼ਟਰਪਤੀ ਕਰਦਾ ਹੈ। ਮੰਨ ਲਓ ਇੱਕ ਹੋਰ ਇੰਟਰਸਟਿੰਗ ਗੱਲ ਦੱਸਣ ਲੱਗਿਆ, ਪੇਪਰ ਵਿੱਚ ਅਕਸਰ ਪੁੱਛ ਲਈ ਜਾਂਦੀ ਹੈ, ਉਹ ਇਹ ਹੈਗੀ ਵੀ ਐਬਸੈਂਸ ਆਫ ਪ੍ਰੈਜ਼ੀਡੈਂਟ। ਮੰਨ ਲਵੋ ਜੇਕਰ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਜਾਂਦਾ ਹੈ ਤਾਂ ਉਸ ਉੱਤੇ ਕੰਮ ਕੌਣ ਕਰਦਾ ਹੈ? ਠੀਕ ਹੈ, ਸਿੱਧਾ ਕੁਐਸਚਨ ਪੇਪਰ ਵਿੱਚ ਤੁਹਾਨੂੰ ਇਹ ਪੁੱਛ ਲਿਆ ਜਾਵੇਗਾ, ਜੇਕਰ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੁੰਦਾ ਹੈ ਤਾਂ ਉਸ ਉੱਤੇ ਕੌਣ ਕੰਮ ਕਰ ਸਕਦਾ ਹੈ? ਤਾਂ ਉਸ ਉੱਤੇ ਕੰਮ ਕਰ ਸਕਦਾ ਹੈ ਵਾਈਸ ਪ੍ਰੈਜ਼ੀਡੈਂਟ। ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਸ ਅਹੁਦੇ ਉੱਤੇ ਕੰਮ ਕਰ ਸਕਦਾ ਹੈ ਜਿੰਨੇ ਸਮੇਂ ਤੱਕ ਪ੍ਰੈਜ਼ੀਡੈਂਟ ਦੀ ਅਪਾਇੰਟਮੈਂਟਸ ਨਹੀਂ ਹੁੰਦੀ। ਮੰਨ ਲਵੋ ਬਾਈ ਚਾਂਸ ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਹੁੰਦਾ, ਠੀਕ ਹੈ, ਤਾਂ ਉਸ ਦਾ ਕੰਮ, ਪ੍ਰੈਜ਼ੀਡੈਂਟ ਦਾ ਜੋ ਅਹੁਦਾ ਹੈ ਖਾਲੀ ਹੁੰਦਾ ਹੈ, ਵਾਈਸ ਪ੍ਰੈਜ਼ੀਡੈਂਟ ਨਹੀਂ ਹੈ, ਤਾਂ ਉੱਥੇ ਕੰਮ ਕੌਣ ਕਰ ਸਕਦਾ ਹੈ? ਤਾਂ ਉਹ ਬਣ ਸਕਦਾ ਹੈ ਸਾਡਾ ਚੀਫ ਜਸਟਿਸ ਆਫ ਇੰਡੀਆ। ਚੀਫ ਜਸਟਿਸ ਆਫ ਇੰਡੀਆ ਸਾਡੇ ਪ੍ਰੈਜ਼ੀਡੈਂਟ ਦਾ ਕੰਮ ਕਰ ਸਕਦਾ ਹੈ। ਮੰਨ ਲਓ ਜੇ ਚੀਫ ਜਸਟਿਸ ਆਫ ਇੰਡੀਆ ਵੀ ਨਾ ਹੋਵੇ, ਚੀਫ ਜਸਟਿਸ ਆਫ ਇੰਡੀਆ ਵੀ ਨਹੀਂ ਹੈਗਾ, ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਹੈਗਾ, ਚੀਫ ਜਸਟਿਸ ਆਫ ਇੰਡੀਆ ਵੀ ਨਹੀਂ ਹੈਗਾ, ਤੇ ਫਿਰ ਉਸ ਤੋਂ ਬਾਅਦ ਜੇਕਰ ਪ੍ਰੈਜ਼ੀਡੈਂਟ ਦਾ ਅਹੁਦਾ ਖਾਲੀ ਹੁੰਦਾ ਹੈ ਤਾਂ ਉਸ ਉੱਤੇ ਕੌਣ ਆਪਣਾ ਕੰਮ ਕਰ ਸਕਦਾ ਹੈ? ਉਹ ਕਰ ਸਕਦਾ ਹੈ ਸੁਪਰੀਮ ਕੋਰਟ ਦਾ ਸੀਨੀਅਰ ਮੋਸਟ ਜੱਜ। ਸੀਨੀਅਰ ਮੋਸਟ ਜੱਜ, ਠੀਕ ਹੈ ਜੀ, ਸੀਨੀਅਰ ਮੋਸਟ ਜੱਜ ਸਾਡੇ ਸੁਪਰੀਮ ਕੋਰਟ ਦਾ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਸਕਦਾ ਹੈ। ਸੋ ਇਹ ਸੀਗੀਆਂ ਬਹੁਤ ਹੀ ਇੰਪੋਰਟੈਂਟ ਗੱਲਾਂ ਰਾਸ਼ਟਰਪਤੀ ਨਾਲ ਸੰਬੰਧਿਤ। ਸੋ ਦੋਸਤੋ, ਜੇ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੁਸੀਂ ਜੇਕਰ ਮੇਰੀਆਂ ਹੋਰ ਵੀਡੀਓ ਦੇਖਣੇ ਚਾਹੁੰਦੇ ਹੋ ਤਾਂ ਮੇਰੇ ਚੈਨਲ ਦੀ ਪਲੇਲਿਸਟ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਬਹੁਤ ਹੀ ਹੈਲਪਫੁਲ ਹੋਣਗੀਆਂ ਸਾਰੀਆਂ ਵੀਡੀਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।